ਮੈਂ ਵਿਧਵਾ ਸੀ, ਫਿਰ ਵੀ ਪ੍ਰੈਗਨੈਂਟ ਹੋ ਗਈ ਤੇ ਇੱਕ ਦਿਨ ਆਪਣੀ ਜਗ੍ਹਾ ਨੌਕਰਾਣੀ ਨੂੰ ਪਾ ਦਿੱਤਾ, ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਰਾਤ ਦੇ ਹਨੇਰੇ ਵਿੱਚ ਕਮਰੇ ਵਿੱਚ ਕੌਣ ਆਉਂਦਾ ਹੈ। ਫਿਰ ਜਦੋਂ ਮੇਰਾ 15 ਸਾਲ ਦਾ ਬੇਟਾ ਮੇਰੇ ਕਮਰੇ ਵਿੱਚ ਆਇਆ, ਮੈਂ ਛੁਪ ਕੇ ਕਮਰੇ ਦਾ ਮੰਜ਼ਰ ਦੇਖ ਰਹੀ ਸੀ। ਮੈਂ ਦੇਖਣਾ ਚਾਹੁੰਦੀ ਸੀ ਕਿ ਮੇਰੇ ਨਾਲ ਅਜਿਹਾ ਕਿਸਨੇ ਕੀਤਾ। ਮੇਰਾ ਬੇਟਾ ਵੀ ਅੱਜ ਕੱਲ੍ਹ ਰਾਤਾਂ ਨੂੰ ਘਰ ਤੋਂ ਬਾਹਰ ਹੁੰਦਾ ਸੀ, ਫਿਰ ਮੇਰੇ ਨਾਲ ਇਹ ਜ਼ਿਆਦਤੀ ਕਿਵੇਂ ਹੋ ਗਈ? ਇਹ ਜਾਣਨ ਲਈ ਮੈਂ ਇੱਕ ਕਦਮ ਉਠਾਇਆ ਸੀ। ਮੈਂ ਆਪਣੀ ਜਗ੍ਹਾ 'ਤੇ ਨੌਕਰਾਣੀ ਨੂੰ ਲਿਟਾ ਦਿੱਤਾ ਸੀ ਤੇ ਆਪ ਲੁਕ ਕੇ ਬੈਠ ਗਈ ਸੀ। ਅੱਧੀ ਰਾਤ ਨੂੰ ਮੇਰੇ ਕਮਰੇ ਦਾ ਦਰਵਾਜ਼ਾ ਹੌਲੀ-ਹੌਲੀ ਖੁੱਲ੍ਹਿਆ। ਮੈਂ ਡਰ ਗਈ ਕਿ ਇੰਨੀ ਰਾਤ ਨੂੰ ਮੇਰੇ ਕਮਰੇ ਵਿੱਚ ਕੌਣ ਆ ਸਕਦਾ ਹੈ। ਮੈਂ ਫਿਰ ਧਿਆਨ ਨਾਲ ਦੇਖਿਆ, ਇਹ ਤਾਂ ਮੇਰਾ ਬੇਟਾ ਨਵੀਨ ਸੀ, ਪਰ ਉਹ ਤਾਂ ਆਪਣੇ ਦੋਸਤਾਂ ਨਾਲ ਬਾਹਰ ਗਿਆ ਹੋਇਆ ਸੀ। ਫਿਰ ਉਹ ਘਰ ਵਾਪਸ ਕਦੋਂ ਆਇਆ? ਉਸਨੇ ਤਾਂ ਕਿਹਾ ਸੀ ਮੈਂ ਸਵੇਰੇ ਵਾਪਸ ਆਵਾਂਗਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਸਮੇਂ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਸੀ। ਫਿਰ ਮੇਰੇ ਬੇਟੇ ਨੇ ਕੁਝ ਅਜਿਹਾ ਕੀਤਾ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ। ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰੇ ਸਕੇ ਬੇਟੇ ਨੇ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਸੀ। ਮੇਰਾ ਨਾਮ ਕਮਲ ਹੈ। ਮੇਰਾ ਵਿਆਹ ਛੋਟੀ ਉਮਰ ਵਿੱਚ ਹੀ ਸਮੀਰ ਨਾਲ ਹੋ ਗਿਆ ਸੀ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਤੱਕ ਸਮੀਰ ਜਿਉਂਦੇ ਰਹੇ, ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ, ਪਰ ਉਹਨਾਂ ਦੀ ਅਚਾਨਕ ਮੌਤ ਤੋਂ ਬਾਅਦ ਮੇਰੇ ਸਸੁਰਾਲ ਵਾਲਿਆਂ ਨੇ ਮੇਰਾ ਜਿਉਣਾ ਮੁਸ਼ਕਿਲ ਕਰ ਦਿੱਤਾ। ਮੇਰੇ ਦਿਓਰ ਤੇ ਜੇਠ ਨੇ ਵੀ ਮੈਨੂੰ ਘਰੋਂ ਕਢਵਾਉਣ ਵਿੱਚ ਪੂਰਾ ਜ਼ੋਰ ਲਾਇਆ। ਉਹਨਾਂ ਦਾ ਕਹਿਣਾ ਸੀ ਕਿ ਤੂੰ ਜਵਾਨ ਹੈ ਤੇ ਪਤੀ ਤੋਂ ਬਿਨਾਂ ਇਸ ਘਰ ਵਿੱਚ ਨਹੀਂ ਰਹਿ ਸਕਦੀ। ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ। ਮੈਂ ਆਪਣੇ ਪੇਕੇ ਪਹੁੰਚੀ ਤਾਂ 2-4 ਦਿਨ ਤਾਂ ਭਾਬੀ ਨੇ ਮੇਰਾ ਪੂਰਾ ਖਿਆਲ ਰੱਖਿਆ, ਪਰ ਫਿਰ ਉਹਨਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਹੁਣ ਮੈਂ ਆਪਣੇ ਭਰਾ ਦੀ ਜ਼ਿੰਮੇਵਾਰੀ ਬਣ ਗਈ ਹਾਂ, ਤਾਂ ਉਹਨਾਂ ਦਾ ਰਵੱਈਆ ਵੀ ਬਦਲਣ ਲੱਗਿਆ ਸੀ। ਮੇਰਾ ਭਰਾ ਸਾਰਾ ਦਿਨ ਕੰਮ 'ਤੇ ਹੁੰਦਾ ਤੇ ਮੇਰੀ ਭਾਬੀ ਮੈਥੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਤੇ ਆਪ ਕਮਰੇ ਵਿੱਚ ਜਾ ਕੇ ਆਰਾਮ ਕਰਦੀ। ਮੈਨੂੰ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ, ਪਰ ਭਾਬੀ ਮੈਨੂੰ ਰੋਟੀ ਦਾ ਵੀ ਅਹਿਸਾਨ ਦਿਖਾਉਣ ਲੱਗੀ ਸੀ। ਮੇਰਾ ਦਿਲ ਖੂਨ ਦੇ ਹੰਝੂ ਰੋਂਦਾ। ਮੇਰੀ ਭਾਬੀ ਨੇ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜ੍ਹਨ ਲਾ ਦਿੱਤਾ, ਪਰ ਮੇਰੇ ਬੇਟੇ ਨੂੰ ਘਰ ਹੀ ਛੱਡ ਦਿੱਤਾ। ਮੈਨੂੰ ਬਹੁਤ ਬੁਰਾ ਲੱਗਿਆ ਕਿ ਮੈਂ ਦਿਨ ਰਾਤ ਉਹਨਾਂ ਦੀ ਖਿਦਮਤ ਕਰਦੀ ਹਾਂ ਤੇ ਉਹਨਾਂ ਨੇ ਮੇਰੇ ਬੱਚੇ ਨਾਲ ਇੰਨਾ ਫਰਕ ਕੀਤਾ। ਮੈਂ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਨਵੀਨ ਦਾ ਦਾਖਲਾ ਵੀ ਉਸੇ ਸਕੂਲ ਵਿੱਚ ਕਰਵਾ ਦਿੱਤਾ, ਪਰ ਮੇਰੀ ਭਰਜਾਈ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ। ਆਏ ਦਿਨ ਘਰ ਵਿੱਚ ਝਗੜੇ ਹੋਣ ਲੱਗੇ। ਫਿਰ ਤੰਗ ਆ ਕੇ ਮੈਂ ਆਪਣੇ ਭਰਾ ਦਾ ਘਰ ਵੀ ਛੱਡ ਦਿੱਤਾ। ਮੈਂ ਕਿਰਾਏ ਦੇ ਘਰ ਵਿੱਚ ਰਹਿਣ ਲੱਗੀ ਤੇ ਮੈਨੂੰ ਇੱਕ ਸਕੂਲ ਵਿੱਚ ਨੌਕਰੀ ਮਿਲ ਗਈ। ਜਿਵੇਂ ਤਿਵੇਂ ਜ਼ਿੰਦਗੀ ਲੰਘ ਰਹੀ ਸੀ। ਜਿੰਨਾ ਚਿਰ ਸਿਰ 'ਤੇ ਪਤੀ ਦਾ ਹੱਥ ਸੀ, ਜ਼ਿੰਦਗੀ ਬਹੁਤ ਸੋਹਣੀ ਸੀ, ਪਰ ਉਹਨਾਂ ਤੋਂ ਬਾਅਦ ਸਭ ਦੇ ਅਸਲੀ ਰੰਗ ਸਾਹਮਣੇ ਆ ਗਏ। ਕਦੇ-ਕਦੇ ਮੇਰਾ ਭਰਾ ਮੈਨੂੰ ਮਿਲਣ ਆ ਜਾਂਦਾ, ਮੇਰੀ ਹਾਲਤ ਦੇਖ ਕੇ ਬਹੁਤ ਦੁਖੀ ਹੁੰਦਾ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਵਜ੍ਹਾ ਨਾਲ ਉਸਦੀ ਜ਼ਿੰਦਗੀ ਵਿੱਚ ਉਥਲ-ਪੁਥਲ ਮਚ ਜਾਵੇ। ਸਮਾਂ ਗੁਜ਼ਰਦਾ ਗਿਆ। ਮੈਂ ਆਪਣੇ ਜਮ੍ਹਾਂ ਕੀਤੇ ਪੈਸਿਆਂ ਨਾਲ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਹੌਲੀ-ਹੌਲੀ ਕੰਮ ਚੰਗਾ ਚੱਲ ਪਿਆ ਤੇ ਮੈਂ ਦੁਕਾਨ ਵੱਡੀ ਕਰ ਲਈ। ਫਿਰ ਇੱਕ ਦਿਨ ਮੇਰੀ ਦੁਕਾਨ 'ਤੇ ਮੇਰਾ ਦਿਓਰ ਪ੍ਰਦੀਪ ਆਇਆ। ਆਪਣੀ ਅੱਖਾਂ ਸਾਹਮਣੇ ਉਸਨੂੰ ਦੇਖ ਕੇ ਮੇਰੇ ਪੁਰਾਣੇ ਜ਼ਖਮ ਤਾਜ਼ੇ ਹੋ ਗਏ। ਉਹ ਮੈਥੋਂ ਮਾਫ਼ੀ ਮੰਗਣ ਲੱਗਿਆ ਕਿ ਵੱਡੇ ਭਰਾ ਦੇ ਫੈਸਲੇ ਅੱਗੇ ਮੈਂ ਸਿਰ ਨਹੀਂ ਚੱਕ ਸਕਿਆ, ਪਰ ਉਹ ਸਾਡੇ ਲਈ ਬਹੁਤ ਦੁਖੀ ਸੀ। ਮੈਂ ਇਹ ਸੋਚ ਕੇ ਉਸਨੂੰ ਮਾਫ਼ ਕਰ ਦਿੱਤਾ ਕਿ ਉਹ ਮੇਰੇ ਪਤੀ ਦਾ ਭਰਾ ਹੈ। ਮੇਰੇ ਪਤੀ ਵੀ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦੇ ਸਨ। ਪ੍ਰਦੀਪ ਦਾ ਸਾਡੇ ਘਰ ਆਉਣਾ ਜਾਣਾ ਹੋ ਗਿਆ। ਉਹ ਨਵੀਨ ਨੂੰ ਵੀ ਬਹੁਤ ਪਿਆਰ ਕਰਦਾ। ਮੈਂ ਵੀ ਖੁਸ਼ ਸੀ ਕਿ ਮੇਰੇ ਬੇਟੇ ਨੂੰ ਚਾਚੇ ਦਾ ਪਿਆਰ ਮਿਲ ਰਿਹਾ ਸੀ, ਨਹੀਂ ਤਾਂ ਸਾਰੀ ਉਮਰ ਉਹ ਰਿਸ਼ਤਿਆਂ ਲਈ ਤਰਸਦਾ ਰਿਹਾ। ਪਰ ਪਿਛਲੇ ਕੁਝ ਦਿਨਾਂ ਤੋਂ ਉਸ ਵਿੱਚ ਕਾਫੀ ਬਦਲਾਅ ਆਇਆ ਸੀ। ਉਹ ਹਮੇਸ਼ਾ ਗੁੰਮ-ਸੁੰਮ ਜਿਹਾ ਰਹਿੰਦਾ, ਰਾਤ ਨੂੰ ਵੀ ਦੇਰ ਰਾਤ ਤੱਕ ਘਰ ਨਹੀਂ ਆਉਂਦਾ। ਮੈਂ ਕੰਮ ਲਈ ਨੌਕਰਾਣੀ ਰੱਖ ਲਈ ਸੀ। ਮੇਰਾ ਬੇਟਾ ਵੀ ਆਪਣੀ ਪੜ੍ਹਾਈ ਵਿੱਚ ਬਿਜ਼ੀ ਹੋ ਗਿਆ ਤੇ ਮੈਂ ਆਪਣੇ ਕੰਮ ਵਿੱਚ। ਇੱਕ ਦਿਨ ਮੈਂ ਦੁਕਾਨ ਤੋਂ ਵਾਪਸ ਆਈ ਤੇ ਚੱਕਰ ਖਾ ਕੇ ਨਵੀਨ ਦੇ ਪੈਰਾਂ 'ਤੇ ਡਿੱਗ ਪਈ। ਉਹ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਤੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਜੋ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਵਿਧਵਾ ਸੀ। ਮੇਰੇ ਪਤੀ ਨੂੰ ਮਰੇ ਹੋਏ ਇੰਨੇ ਸਾਲ ਹੋ ਗਏ ਸਨ। ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ ਪ੍ਰੈਗਨੈਂਟ ਹਾਂ। ਮੈਂ ਡਾਕਟਰ ਨੂੰ ਕਿਹਾ ਕਿ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ, ਪਰ ਡਾਕਟਰ ਨੇ ਕਿਹਾ ਇਹ ਸੱਚ ਹੈ। ਜਦੋਂ ਬਾਹਰ ਆਈ ਤਾਂ ਨਵੀਨ ਪੁੱਛਣ ਲੱਗਿਆ ਕਿ ਕੀ ਹੋਇਆ, ਚੱਕਰ ਕਿਉਂ ਆ ਗਿਆ ਸੀ। ਹੁਣ ਮੈਂ ਉਸਨੂੰ ਕੀ ਦੱਸਦੀ। ਮੈਨੂੰ ਤਾਂ ਆਪ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਵੇਂ ਹੋ ਗਿਆ ਸੀ। ਨਵੀਨ ਨੂੰ ਤਾਂ ਮੈਂ ਉਸ ਸਮੇਂ ਝੂਠ ਕਹਿ ਦਿੱਤਾ ਕਿ ਕਮਜ਼ੋਰੀ ਨਾਲ ਚੱਕਰ ਆ ਗਿਆ। ਉਹ ਮੇਰੀ ਫਿਕਰ ਕਰਨ ਲੱਗਾ। ਮੈਨੂੰ ਨਵੀਨ ਤੋਂ ਬਹੁਤ ਉਮੀਦਾਂ ਸਨ, ਪਰ ਕਦੇ-ਕਦੇ ਪਿਆਰ ਤੇ ਉਮੀਦ ਇਨਸਾਨ ਦੀਆਂ ਅੱਖਾਂ 'ਤੇ ਅਜਿਹੀ ਪੱਟੀ ਬੰਨ੍ਹ ਦਿੰਦੇ ਹਨ ਕਿ ਉਸਨੂੰ ਸਾਹਮਣੇ ਵਾਲੇ ਦੀ ਬੁਰਾਈ ਤੇ ਕਮੀ ਨਜ਼ਰ ਹੀ ਨਹੀਂ ਆਉਂਦੀ। ਸ਼ਾਇਦ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ। ਮੈਂ ਵੀ ਆਪਣੇ ਬੇਟੇ 'ਤੇ ਇੰਨਾ ਵਿਸ਼ਵਾਸ ਕਰ ਰਹੀ ਸੀ। ਮੈਂ ਸੱਚ ਪਤਾ ਕਰਨਾ ਚਾਹੁੰਦੀ ਸੀ। ਉਧਰ ਨਵੀਨ ਦੀ ਟੀਚਰ ਦਾ ਫੋਨ ਆਇਆ ਕਿ ਉਸਦਾ ਧਿਆਨ ਪੜ੍ਹਾਈ ਵਿੱਚ ਨਹੀਂ ਹੈ, ਉਸਦੇ ਨੰਬਰ ਬਹੁਤ ਘੱਟ ਆ ਰਹੇ ਹਨ। ਮੇਰਾ ਬੇਟਾ ਮੇਰੇ ਦਿਓਰ ਦੇ ਘਰ ਉਸਦੇ ਬੇਟੇ ਨਾਲ ਪੜ੍ਹਨ ਜਾਇਆ ਕਰਦਾ ਸੀ।
ਪਰ ਹੁਣ ਸਭ ਤੋਂ ਪਹਿਲਾਂ ਪਤਾ ਕਰਨਾ ਸੀ ਕਿ ਇਹ ਬੱਚਾ ਕਿਸ ਦਾ ਹੈ। ਮੇਰਾ ਤਾਂ ਕਿਸੇ ਨਾਲ ਕੋਈ ਅਜਿਹਾ ਰਿਸ਼ਤਾ ਹੀ ਨਹੀਂ ਸੀ। ਮੈਂ ਆਪਣੀ ਨੌਕਰਾਣੀ ਦੀ ਮਦਦ ਲਈ ਤੇ ਉਸਨੂੰ ਆਪਣੀ ਜਗ੍ਹਾ 'ਤੇ ਲਿਟਾ ਦਿੱਤਾ। ਕੁਝ ਸਮੇਂ ਬਾਅਦ ਦਰਵਾਜ਼ਾ ਖੁੱਲ੍ਹਿਆ। ਜੋ ਮੈਂ ਦੇਖਿਆ, ਮੇਰੀ ਤਾਂ ਜਾਨ ਹੀ ਨਿਕਲ ਗਈ। ਇਹ ਕੋਈ ਹੋਰ ਨਹੀਂ, ਮੇਰਾ ਬੇਟਾ ਨਵੀਨ ਹੀ ਸੀ। ਉਸਨੇ ਤਾਂ ਮੈਨੂੰ ਕਿਹਾ ਸੀ ਕਿ ਉਹ ਸਵੇਰੇ ਵਾਪਸ ਆਵੇਗਾ। ਮੈਂ ਚੁੱਪਚਾਪ ਸਭ ਕੁਝ ਦੇਖ ਰਹੀ ਸੀ। ਉਸਨੇ ਪਹਿਲਾਂ ਤਸੱਲੀ ਕੀਤੀ ਕਿ ਮੈਂ ਸੌਂ ਗਈ ਹਾਂ। ਜਦੋਂ ਉਸਨੂੰ ਯਕੀਨ ਹੋ ਗਿਆ ਕਿ ਮੈਂ ਸੌਂ ਚੁੱਕੀ ਹਾਂ ਤਾਂ ਉਸਨੇ ਅਲਮਾਰੀ ਦਾ ਲੋਕਰ ਖੋਲ੍ਹਿਆ ਅਤੇ ਮੇਰੇ ਕਾਫੀ ਸਾਰੇ ਪੈਸੇ ਕੱਢ ਲਏ। ਮੈਂ ਉਸਦੀ ਇਹ ਹਰਕਤ ਦੇਖ ਕੇ ਹੈਰਾਨ ਸੀ। ਉਹ ਕਮਰੇ ਵਿੱਚੋਂ ਬਾਹਰ ਜਾਣ ਲੱਗਿਆ ਅਤੇ ਮੈਂ ਉਸਦੇ ਸਾਹਮਣੇ ਆ ਖੜੀ ਹੋਈ। ਮੈਨੂੰ ਦੇਖ ਕੇ ਉਸਦੇ ਤਾਂ ਹੋਸ਼ ਹੀ ਉੱਡ ਗਏ। ਮੈਂ ਉਸਦੇ ਹੱਥ ਵਿੱਚੋਂ ਪੈਸੇ ਫੜੇ ਤੇ ਮੂੰਹ 'ਤੇ ਜ਼ੋਰਦਾਰ ਥੱਪੜ ਜੜ ਦਿੱਤਾ ਅਤੇ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਹੈ? ਤੂੰ ਅੱਧੀ ਰਾਤ ਨੂੰ ਇੰਨੇ ਪੈਸੇ ਲੈ ਕੇ ਕਿੱਥੇ ਜਾ ਰਿਹਾ ਹੈ? ਫਿਰ ਉਹ ਰੋਂਦੇ ਹੋਏ ਕਹਿਣ ਲੱਗਿਆ ਕਿ ਚਾਚੇ ਦੇ ਮੁੰਡੇ ਨੇ ਮੈਨੂੰ ਨਸ਼ੇ ਦੀ ਆਦਤ ਪਾ ਦਿੱਤੀ ਹੈ, ਜਿਸ ਲਈ ਉਸਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ। ਨਵੀਨ ਦੀ ਗੱਲ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੇਰੇ ਦਿਓਰ ਨੇ ਤਾਂ ਮੈਨੂੰ ਅਜਿਹੀ ਕੋਈ ਗੱਲ ਨਹੀਂ ਦੱਸੀ ਸੀ। ਜਦੋਂ ਕਿ ਨਵੀਨ ਕਹਿ ਰਿਹਾ ਸੀ ਕਿ ਚਾਚੇ ਨੂੰ ਸਭ ਪਤਾ ਹੈ। ਨਵੀਨ ਕਹਿਣ ਲੱਗਿਆ ਕਿ ਉਹ ਰੋਜ਼ ਰਾਤ ਨੂੰ ਮੇਰੇ ਦੁੱਧ ਵਿੱਚ ਨੀਂਦ ਦੀ ਦਵਾਈ ਮਿਲਾ ਕੇ ਜਾਇਆ ਕਰਦਾ ਸੀ, ਕਿਉਂਕਿ ਅਜਿਹਾ ਕਰਨ ਲਈ ਮੈਨੂੰ ਚਾਚੇ ਨੇ ਕਿਹਾ ਸੀ। ਜੇ ਮੈਂ ਚਾਚੇ ਦੀ ਗੱਲ ਨਾ ਮੰਨਦਾ ਤਾਂ ਮੈਨੂੰ ਨਸ਼ਾ ਨਾ ਮਿਲਦਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਸਾਲਾਂ ਬਾਅਦ ਮੇਰਾ ਦਿਓਰ ਮੇਰੀ ਜ਼ਿੰਦਗੀ ਵਿੱਚ ਵਾਪਸ ਆਇਆ, ਉਹ ਵੀ ਇੱਕ ਨਵਾਂ ਦੁੱਖ ਲੈ ਕੇ। ਮੇਰੇ ਵਿਧਵਾ ਹੋਣ ਤੋਂ ਬਾਅਦ ਉਸਨੇ ਮੈਨੂੰ ਕੋਈ ਸਹਾਰਾ ਨਹੀਂ ਦਿੱਤਾ। ਇਸ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ ਸੀ, ਪਰ ਮੇਰੇ ਬੇਟੇ ਨੂੰ ਨਸ਼ੇ ਦੀ ਆਦਤ ਲਾ ਕੇ ਆਪਣੇ ਹੀ ਘਰ ਵਿੱਚ ਚੋਰੀ ਕਰਨਾ ਸਿਖਾ ਦਿੱਤਾ ਸੀ ਉਸਨੇ। ਹੁਣ ਮੈਂ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਮੈਨੂੰ ਨੀਂਦ ਵਾਲੀ ਦਵਾਈ ਹਰ ਰਾਤ ਕਿਉਂ ਦਿੱਤੀ ਜਾਂਦੀ ਸੀ। ਮੇਰਾ ਦਿਓਰ ਮੇਰੀ ਹੱਸਦੀ ਵਸਦੀ ਦੁਨੀਆ ਵਿੱਚ ਅੱਗ ਲਾਉਣ ਆਇਆ ਸੀ। ਪਰ ਕਿਉਂ? ਮੈਂ ਨਵੀਨ ਨੂੰ ਸਖਤੀ ਨਾਲ ਨਸ਼ਾ ਕਰਨ ਤੋਂ ਮਨ੍ਹਾ ਕੀਤਾ। ਅੱਧੀ ਰਾਤ ਨੂੰ ਮੈਂ ਆਪਣੇ ਦਿਓਰ ਦੇ ਘਰ ਜਾ ਪਹੁੰਚੀ ਤੇ ਉਸਦੀ ਪਤਨੀ ਸਾਹਮਣੇ ਹੀ ਸਾਰੇ ਸਵਾਲ ਪੁੱਛੇ। ਪਹਿਲਾਂ ਤਾਂ ਉਹ ਚੁੱਪਚਾਪ ਖੜਾ ਰਿਹਾ ਤੇ ਫਿਰ ਉਸਨੇ ਸਾਰੀ ਹਕੀਕਤ ਬਿਆਨ ਕਰ ਦਿੱਤੀ। ਆਪਣੀਆਂ ਗਲਤ ਆਦਤਾਂ ਕਰਕੇ ਉਹ ਆਪਣੇ ਕੰਮ ਨੂੰ ਸੰਭਾਲ ਨਾ ਸਕਿਆ। ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਿਹਾ ਸੀ। ਉਹ ਅੰਦਰੋਂ ਖੋਖਲੇ ਹੋ ਚੁੱਕੇ ਸਨ। ਉਹਨਾਂ ਦਾ ਬੇਟਾ ਵੀ ਨਸ਼ਾ ਕਰਨ ਲੱਗਿਆ ਸੀ, ਪਰ ਮੇਰਾ ਕਾਰੋਬਾਰ ਚੱਲਦਾ ਦੇਖ ਕੇ ਉਸਦੀ ਨੀਅਤ ਮੇਰੇ ਕਾਰੋਬਾਰ ਦੇ ਨਾਲ-ਨਾਲ ਮੇਰੇ 'ਤੇ ਵੀ ਹਰਾਮ ਹੋ ਗਈ। ਉਸਨੇ ਮੇਰੇ ਬੇਟੇ ਨੂੰ ਆਪਣਾ ਨਿਸ਼ਾਨਾ ਬਣਾਇਆ। ਉਹ ਮੇਰੇ ਬੇਟੇ ਨੂੰ ਨਸ਼ੇ ਕਰਨ ਲਾ ਕੇ ਤੇ ਮੈਨੂੰ ਬਦਨਾਮ ਕਰਕੇ ਮੇਰੇ ਕਾਰੋਬਾਰ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਆਪਣੇ ਦਿਓਰ ਦਾ ਇਹ ਸੱਚ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਤਾਂ ਪਹਿਲਾਂ ਹੀ ਕਿਸਮਤ ਦੀ ਮਾਰੀ ਇੰਨੇ ਦੁੱਖ ਦੇਖ ਚੁੱਕੀ ਸੀ ਤੇ ਮੇਰਾ ਦਿਓਰ ਮੇਰੇ ਲਈ ਇੱਕ ਹੋਰ ਮੁਸੀਬਤ ਬਣ ਕੇ ਆ ਗਿਆ ਸੀ। ਮੈਂ ਉਸਨੂੰ ਕਿਹਾ, ਮੈਨੂੰ ਇਸਤੇਮਾਲ ਕਰਨ ਦਾ ਸੁਪਨਾ ਦੇਖਣਾ ਛੱਡ ਦੇ। ਮੈਂ ਉੱਥੋਂ ਨਿਕਲ ਕੇ ਸਿੱਧਾ ਪੁਲਿਸ ਸਟੇਸ਼ਨ ਚਲੀ ਗਈ ਤੇ ਆਪਣੇ ਦਿਓਰ 'ਤੇ ਮੁਕੱਦਮਾ ਦਰਜ ਕਰਵਾ ਦਿੱਤਾ। ਹੁਣ ਉਹ ਜੇਲ੍ਹ ਵਿੱਚ ਹੈ ਤੇ ਆਪਣੇ ਕੀਤੇ ਦੀ ਸਜ਼ਾ ਭੁਗਤ ਰਿਹਾ ਹੈ। ਇਸ ਤੋਂ ਬਾਅਦ ਮੈਂ ਕਦੇ ਕਿਸੇ ਰਿਸ਼ਤੇ 'ਤੇ ਭਰੋਸਾ ਹੀ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਮੇਰਾ ਵਿਧਵਾ ਹੋਣਾ ਗੁਨਾਹ ਬਣ ਗਿਆ ਸੀ। ਮੈਨੂੰ ਹਰ ਤਰ੍ਹਾਂ ਨਾਲ ਤੰਗ ਕੀਤਾ ਗਿਆ। ਵਿਧਵਾ ਔਰਤ ਨੂੰ ਹਰ ਸਮੇਂ ਅਹਿਸਾਸ ਦਿਵਾਇਆ ਜਾਂਦਾ ਹੈ ਕਿ ਉਸਦਾ ਪਤੀ ਉਸਦੇ ਸਿਰ 'ਤੇ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਜੇ ਮੈਨੂੰ ਕੋਈ ਸਹਾਰਾ ਮਿਲ ਗਿਆ ਹੁੰਦਾ ਤਾਂ ਮੇਰੀ ਜ਼ਿੰਦਗੀ ਇਸ ਤਰ੍ਹਾਂ ਤਕਲੀਫ ਵਿੱਚ ਨਾ ਹੁੰਦੀ? ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ।